ਸਾਡੇ ਆਨੰਦ ਕਾਰਜ ਦੀਆਂ ਰਸਮਾਂ। ਮੈਂ ਫਿਰ ਗੱਲ ਉੱਥੋਂ ਕਲੀਅਰਿਆਂ ਤੋਂ ਸ਼ੁਰੂ ਕਰਾਂ। ਸ਼ਬਦ ਕਲੀਅਰ ਹੈ, ਕਲੀਰੇ ਨਹੀਂ। ਔਰ ਇਹਦੇ ਪਿੱਛੇ ਸੋਚ ਕਿਸ ਦੀ ਸੀ? ਤੁਸੀਂ ਹੈਰਾਨ ਹੋ ਜਾਵੋਗੇ। ਸ਼ੇਖ ਫਰੀਦ ਸਾਹਿਬ, ਜਿਨ੍ਹਾਂ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਸ਼ੇਖ ਫਰੀਦ ਸਾਹਿਬ ਦੇ ਇੱਕ ਮੁਰੀਦ ਹੋਏ ਨੇ ਸੈਯਦ ਅਲੀ ਅਹਿਮਦ ਸਾਬਰੀ। ਆ ਕੁਰੂਕਸ਼ੇਤਰ ਦੇ ਕੋਲ ਇੱਕ ਪਿੰਡ ਹੈ, ਕਿਤੇ ਉੱਥੇ ਜ਼ਰੂਰ ਜਾਇਓ। ਇੱਕ ਮਜ਼ਾਰ ਬਣੀ ਹੋਈ ਹੈ ਪੀਰ ਕਲੀਅਰ। ਇਹ ਉਹ ਸਮਾਂ ਸੀ ਜਿਸ ਸਮੇਂ ਕੁਰੂਕਸ਼ੇਤਰ ਦੇ ਜਿਹੜੇ ਪੁਜਾਰੀ ਸੀ, ਉਹਨਾਂ ਨੇ ਇਹਨਾਂ ਪਿੰਡਾਂ ਦੇ ਵਿੱਚ ਇੱਕ ਵਹਿਮ ਪਾ ਦਿੱਤਾ। ਵਹਿਮ ਕੀ ਪਾ ਦਿੱਤਾ? ਕਿ ਜੇ ਤੁਸੀਂ ਆਪਣੀ ਬੱਚੀ ਦਾ ਵਿਆਹ ਸਾਨੂੰ ਦਕਸ਼ਨਾ ਦੇਣ ਤੋਂ ਬਿਨਾਂ ਕਰੋਗੇ ਤੇ ਤੁਹਾਡੀਆਂ ਬੱਚੀਆਂ ਨੂੰ ਭੂਤ ਪ੍ਰੇਤ ਚੰਬੜ ਸਕਦੇ ਨੇ। ਉਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਹੈ ਸੁਖੀ ਨਹੀਂ ਹੋਵੇਗਾ, ਉਹ ਆਪਣੇ ਪਰਿਵਾਰ ਦੇ ਵਿੱਚ ਸੁਖੀ ਨਹੀਂ ਵਸ ਸਕਣਗੀਆਂ। ਇਹ ਵਹਿਮ ਪਾ ਦਿੱਤਾ ਗਿਆ। ਪਾਵਨ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਵੀ ਆਉਂਦਾ ਹੈ ਨਾ ਕਿ ਉਵੇਂ ਦੀ ਪੁਜਾਰੀ ਕਲਾਸ ਦੇ ਵਾਸਤੇ, ਉਸ ਵਰਗ ਦੇ ਵਾਸਤੇ ਆਨੰਦ ਕਾਰਜ ਵੀ ਇੱਕ, ਵਿਆਹ ਵੀ ਇੱਕ ਮਾਇਕ ਆਰਥਿਕ ਸਰੋਤ ਹੈ। ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਨਾ, ਲੈ ਭਾੜੇ ਕਰੇ ਵਿਆਹ। ਕਿ ਪੰਡਤ ਵਿਆਹ ਦੀ ਰਸਮ ਵੀ ਉਦੋਂ ਕਰਦਾ ਹੈ ਜਦੋਂ ਉਸਨੂੰ ਭਾੜਾ ਮਿਲਦਾ ਹੈ, ਜਦੋਂ ਪੈਸੇ ਮਿਲਦੇ ਨੇ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਸਵਾਲ ਕੀਤਾ, ਕਹਿੰਦੇ ਪੰਡਤ ਜੀ, ਵਿਆਹ ਦੇ ਮੰਡਪ ਦੇ ਵਿੱਚ ਇੱਕ ਬੱਚੀ ਬੈਠੀ ਹੋਵੇ ਜਿਹੜੀ ਤੁਹਾਡੀ ਆਪਣੀ ਧੀ ਹੋਵੇ, ਤੇ ਕੀ ਆਪਣੀ ਧੀ ਦੇ ਵਿਆਹ ਦੀ ਦਕਸ਼ਨਾ ਲਵੋਗੇ? ਸਾਈ ਪੁੱਤਰੀ ਜਜਮਾਨ ਕੀ ਸਾਏ ਤੇਰੀ, ਏ ਧਨ ਖਾਧੇ ਤੇਰਾ ਜਨਮ ਗਿਆ। ਜੇਕਰ ਇਹੀ ਪੁੱਤਰੀ ਤੇਰੀ ਹੁੰਦੀ ਤੇ ਕੀ ਤੂੰ ਆਪਣੀ ਬੱਚੀ ਦੇ ਵਿਆਹ ਦੀ ਦਕਸ਼ਨਾ ਲੈਂਦਾ, ਆਪਣੀ ਬੱਚੀ ਦੇ ਵਿਆਹ ਦੇ ਪੈਸੇ ਲੈਂਦਾ? ਪਰ ਇਸ ਬੰਧਨ ਨੂੰ ਮਾਇਕ ਤੌਰ ਦੇ ਉੱਪਰ ਵਰਤਣ ਦੇ ਵਾਸਤੇ ਲੋਕਾਂ ਨੇ ਰੁਜ਼ਗਾਰ ਦਾ ਸਾਧਨ ਬਣਾ ਲਿਆ। ਇਹਨਾਂ ਪਿੰਡਾਂ ਦੇ ਲੋਕ ਬੜੇ ਪਰੇਸ਼ਾਨ। ਫਰੀਦ ਸਾਹਿਬ ਦੇ ਕੋਲੇ ਗੱਲ ਪਹੁੰਚੀ। ਫਰੀਦ ਸਾਹਿਬ ਨੇ ਲੋਕਾਂ ਨੂੰ ਇਸ ਅਲਾਮਤ ਤੋਂ ਬਚਾਉਣ ਦੇ ਵਾਸਤੇ ਆਪਣੇ ਮੁਰਸ਼ਿਦ ਅਲੀ ਅਹਿਮਦ ਸਾਬਰੀ ਸਾਹਿਬ ਨੂੰ ਇੱਥੇ ਭੇਜਿਆ, ਕਲੀਅਰ ਪਿੰਡ ਦੇ ਵਿੱਚ, ਜਿੱਥੇ ਅੱਜ ਉਹਨਾਂ ਦੀ ਮਜ਼ਾਰ ਬਣੀ ਹੋਈ ਹੈ। 1291 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਵੇਖੋ, ਜਦੋਂ ਲੋਕ ਅਨਪੜ੍ਹ ਹੁੰਦੇ ਨੇ ਤੇ ਮਨ ਦੇ ਵਿੱਚ ਵਹਿਮ ਹੁੰਦਾ ਹੈ ਨਾ, ਤੇ ਵਹਿਮ ਨੂੰ ਵਹਿਮ ਦੇ ਨਾਲ ਹੀ ਕਈ ਵਾਰੀ ਦੂਰ ਕੀਤਾ ਜਾਂਦਾ, ਕਿਉਂਕਿ ਅਸੀਂ ਕਹਿੰਦੇ ਵਹਿਮ ਦਾ ਇਲਾਜ ਕੋਈ ਨਹੀਂ। ਕਈ ਵਾਰੀ ਵਹਿਮ ਨੂੰ ਵਹਿਮ ਦੇ ਨਾਲ ਦੂਰ ਕੀਤਾ ਜਾਂਦਾ। ਅਸੀਂ ਘਰਾਂ ਦੇ ਵਿੱਚ, ਪਰਿਵਾਰਾਂ 'ਚ ਵੇਖਦੇ ਹਾਂ, ਅਸੀਂ ਕੀ ਵੇਖਦੇ ਹਾਂ? ਵਹਿਮ ਪਾ ਦਿੱਤਾ ਜਾਂਦਾ ਹੈ ਕਿ ਛੋਟੇ ਬੱਚੇ ਦੇ ਉੱਪਰੋਂ ਨਹੀਂ ਲੰਘਣਾ, ਇਹਦਾ ਕੱਦ ਛੋਟਾ ਰਹਿ ਜਾਵੇਗਾ। ਇਹ ਪਾਇਆ ਜਾਂਦਾ ਨਾ ਵਹਿਮ। ਉਹ ਕਿਉਂ ਪਾਇਆ ਜਾਂਦਾ ਹੈ? ਕਿ ਬੱਚਾ ਛੋਟਾ ਹੈ, ਜੇ ਕਿਤੇ ਭਾਰ ਆਉਣ ਦੇ ਨਾਲ ਉਸ ਦਾ ਅੰਗ ਪੈਰ ਨਕਾਰਾ ਹੋ ਗਿਆ ਤੇ ਇੰਨੀ ਛੋਟੀ ਉਮਰ ਦੇ ਵਿੱਚ ਅੰਗ ਦਾ ਜੋੜ ਉਹਨਾਂ ਸਮਿਆਂ 'ਚ ਵਧੀਆ ਨਹੀਂ ਸੀ ਪੈਂਦਾ, ਤੇ ਬੰਦੇ ਦੇ ਕੋਲ ਆਰਥਿਕ ਰੁਜ਼ਗਾਰ ਦੇ ਸਾਧਨ ਤਾਂ ਦੋ ਹੀ ਹੁੰਦੇ ਸੀ, ਜਾਂ ਖੇਤੀ ਤੇ ਜਾਂ ਮੈਦਾਨੇ ਜੰਗ 'ਚ ਫੌਜੀ ਭਰਤੀ ਹੋ ਜਾਣਾ, ਕਿ ਬੱਚਾ ਹਮੇਸ਼ਾ ਵਾਸਤੇ ਅਪੰਗ ਹੋ ਜਾਵੇਗਾ। ਤੇ ਉਸ ਵਹਿਮ ਨੂੰ ਦੂਰ ਕਰਨ ਦੇ ਵਾਸਤੇ ਇੱਕ ਦੂਜਾ ਵੱਡਾ ਵਹਿਮ ਸਿਰਜ ਦਿੱਤਾ ਗਿਆ। ਇਸੇ ਤਰ੍ਹਾਂ ਦੇ ਨਾਲ ਹੋਰ ਵੀ ਛੋਟੇ ਛੋਟੇ ਕਈ ਵਹਿਮ ਜਿਹੜੇ ਸੀ ਉਹ ਸਿਰਜੇ ਗਏ। ਹੁਣ ਜਦੋਂ ਅਲੀ ਅਹਿਮਦ ਸਾਬਰੀ ਸਾਹਿਬ ਇੱਥੇ ਆਏ ਤੇ ਇਹਨਾਂ ਨੇ ਉਸ ਪੁਜਾਰੀ ਕਲਾਸ ਤੋਂ ਲੋਕਾਂ ਦਾ ਛੁਟਕਾਰਾ ਕਰਾਉਣਾ ਸੀ, ਜਿਹੜੀ ਧਰਮ ਦੇ ਨਾਮ ਦੇ ਉੱਪਰ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਸੀ। ਉਹਨਾਂ ਨੇ ਕੀ ਕਿਹਾ? ਕਹਿੰਦੇ ਕਿ ਤੁਹਾਡੇ ਮਨਾਂ ਦੇ ਵਿੱਚ ਇੱਕ ਵਹਿਮ ਪਾ ਦਿੱਤਾ ਗਿਆ ਹੈ ਨਾ ਕਿ ਜੇਕਰ ਉਹਨਾਂ ਪੰਡਤਾਂ ਨੂੰ, ਉਹਨਾਂ ਪੁਜਾਰੀਆਂ ਨੂੰ ਦਾਨ ਦਕਸ਼ਨਾ ਨਾ ਦਿੱਤੀ ਤੇ ਬੱਚੀ ਦੇ ਉੱਪਰ ਪ੍ਰੇਤ ਦਾ ਸਾਇਆ ਹੋ ਜਾਵੇਗਾ। ਕਹਿੰਦੇ ਮੈਂ 40 ਦਿਨ ਇੱਥੇ ਚਲੀਸਾ ਕੱਟੂੰਗਾ, ਮੈਂ 40 ਦਿਨ ਭਗਤੀ ਕਰੂੰਗਾ, ਤੇ 40 ਦਿਨ ਭਗਤੀ ਕਰਨ ਦੇ ਦੌਰਾਨ ਮੈਂ ਆਪਣੇ ਕੋਲ ਕੁਛ ਕੌਡੀਆਂ, ਜਿਹੜੀਆਂ ਕੌਡੀਆਂ ਹੋਇਆ ਕਰਦਾ ਸੀ, ਮੈਂ ਆਪਣੇ ਕੋਲ ਕੌਡੀਆਂ ਰੱਖੂੰਗਾ। ਤੇ ਉਸ 40 ਦਿਨ ਦੀ ਭਗਤੀ ਤੋਂ ਬਾਅਦ ਤੁਸੀਂ ਜਿਹੜੀ ਵੀ ਬੱਚੀ ਦੇ ਗੁੱਟ ਦੇ ਉੱਪਰ ਉਹ ਕੌਡੀ ਬੰਨ੍ਹ ਦਿਓਗੇ ਨਾ, ਉਹਨੂੰ ਕਦੀ ਵੀ ਭੂਤ ਨਹੀਂ ਚੰਬੜੇਗਾ। ਲੋਕਾਂ ਦੀ ਮਾਨਸਿਕਤਾ ਦੇ 'ਚ ਇਹ ਗੱਲ ਵੱਸ ਗਈ। ਲੋਕਾਂ ਨੇ ਉਸ ਗੱਲ ਨੂੰ ਸ਼ੁਰੂ ਕਰ ਲਿਆ। ਸੋ ਉਹ ਲੋਕ ਜਿਨ੍ਹਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਸੀ, ਉਸ ਨੂੰ ਦੂਰ ਕਰ ਦਿੱਤਾ। ਅੱਜ ਵੀ ਉਹ ਸਾਡੀ ਮਾਨਸਿਕਤਾ ਦੇ ਵਿੱਚੋਂ ਨਹੀਂ ਗਿਆ। ਉਸ ਸਮੇਂ ਉਹ ਜਿਹੜਾ ਵਹਿਮ ਸੀ, ਉਸ ਨੂੰ ਦੂਰ ਕਰ ਦਿੱਤਾ ਗਿਆ। ਸੋ ਜਿੰਨਾ ਚਿਰ ਸਾਡੇ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਵਹਿਮ ਨੇ, ਕੋਈ ਸਮਾਂ ਉਹ ਸੀ ਜਦੋਂ ਅਸੀਂ ਸੂਹੀ ਰਾਗ ਦੇ ਵਿੱਚ ਉਚਾਰੀਆਂ ਹੋਈਆਂ 4 ਲਾਵਾਂ ਦੀ ਗੱਲ ਕਰਦੇ ਹਾਂ ਨਾ,
ਤਾਂ ਇਹਦੇ ਪਿੱਛੇ ਫਲਸਫਾ ਬਹੁਤ ਵੱਡਾ, ਬਹੁਤ ਜ਼ਿਆਦਾ ਵੱਡਾ ਫਲਸਫਾ। ਕੋਈ ਸਮਾਂ ਸੀ ਜਦੋਂ ਸਮਾਜ ਦੇ ਵਿੱਚ ਮਨੁੱਖ ਦੀ ਜ਼ਿੰਦਗੀ ਨੂੰ 100 ਸਾਲ ਨਿਰਧਾਰਿਤ ਕਰਕੇ ਉਹਨੂੰ 4 ਆਸ਼ਰਮਾਂ 'ਚ ਵੰਡ ਦਿੱਤਾ ਗਿਆ। ਇਹ 2 ਮਤ ਨੇ ਸੰਸਾਰ ਦੇ ਵਿੱਚ, ਇੱਕ ਸ਼ਰਮ ਹੈ ਮਿਹਨਤ ਕਰਨਾ, ਇੱਕ ਆਸ਼ਰਮਿਕ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੰਨੇ ਵੀ ਭਗਤ ਸਾਹਿਬਾਨ ਦੀ ਬਾਣੀ ਹੈ ਉਹ ਸ਼ਰਮਿਕ ਨੇ, ਮਿਹਨਤ ਕਰਨ ਵਾਲੇ ਨੇ, ਆਸ਼ਰਮਿਕ ਕੋਈ ਨਹੀਂ। ਆਸ਼ਰਮਾਂ ਦੇ ਵਿੱਚ ਰਹਿਣ ਵਾਲੇ ਕਿਸੇ ਭਗਤ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੈ। ਸਾਰੇ ਸ਼ਰਮਿਕ ਨੇ, ਕਿਰਤ ਕਰਨ ਵਾਲੇ ਨੇ। ਤੇ ਉਸ ਸਮਾਜ ਨੂੰ 4 ਆਸ਼ਰਮਾਂ ਦੇ ਵਿੱਚ ਵੰਡ ਦਿੱਤਾ ਗਿਆ ਕਿ ਪਹਿਲੀ 25 ਸਾਲ ਦੀ ਉਮਰ ਬ੍ਰਹਮਚਾਰਿਆ ਆਸ਼ਰਮ, ਬਾਲ ਆਸ਼ਰਮ, ਅਗਲਾ 25 ਸਾਲ ਗ੍ਰਹਿਸਥ ਆਸ਼ਰਮ, 50 ਤੋਂ 75 ਸਾਲ ਵਾਨਪ੍ਰਸਤੀ, ਤੇ 75 ਤੋਂ 100 ਸਾਲ ਦੀ ਉਮਰ ਸਮਾਧੀ ਆਸ਼ਰਮ। 4 'ਚ ਵੰਡ ਦਿੱਤਾ ਗਿਆ। ਪਹਿਲਾਂ ਤੁਸੀਂ ਵਿੱਦਿਆ ਗ੍ਰਹਿਣ ਕਰਨੀ ਹੈ, ਫਿਰ ਤੁਹਾਡੇ ਪਤੀ ਪਤਨੀ ਦੇ ਨਾਲ ਮਿਲਾਪ ਦੀ ਗੱਲ ਸ਼ੁਰੂ ਹੋਣੀ ਹੈ, ਫਿਰ ਤੁਸੀਂ ਘਰ ਪਰਿਵਾਰ ਤਿਆਗ ਦੇਣਾ ਹੈ, ਤੁਸੀਂ ਜੰਗਲ ਦੇ ਵਿੱਚ ਚਲੇ ਜਾਣਾ, ਰੱਬ ਦੀ ਖੋਜ ਕਰਨੀ ਹੈ, ਤੇ ਉਸ ਤੋਂ ਬਾਅਦ ਤੁਸੀਂ ਰੱਬ ਨਾਲ ਮਿਲਾਪ ਦੇ ਵਾਸਤੇ ਸਮਾਧੀ ਲਾ ਕੇ ਬੈਠਣਾ। ਤੇ ਗੁਰਦੇਵ ਪਾਤਸ਼ਾਹ ਨੇ ਇਸ ਦਾ ਜਿਹੜਾ ਬਾਹਰ ਜਾ ਕੇ ਸਮਾਧੀ ਦਾ ਖੰਡਨ ਸੀ ਉਹ ਤੇ ਬਹੁਤ ਪਿਆਰੇ ਰੂਪ 'ਚ ਕਰ ਦਿੱਤਾ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਉ, ਛਾਡੋ ਵੇਸ ਭੇਖ ਚਤਰਾਈ ਦੁਬਦਾ ਇਹ ਫਲ ਨਾਹੀ ਜਿਉ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਤੇ ਜਿਹੜੀਆਂ ਸਾਡੀਆਂ ਲਾਵਾਂ ਸੀ ਉਹਨੇ ਉਸ ਸਿਸਟਮ ਦੇ ਉੱਪਰ ਇੱਕ ਬਹੁਤ ਵੱਡੀ ਚੋਟ ਕੀਤੀ ਕਿ ਉਹ ਕਹਿੰਦੇ ਸੀ ਕਿ ਰੱਬ ਤਾਂ ਪਾਇਆ ਜਾ ਸਕਦਾ, ਇੱਕ ਬੜਾ ਵੱਡਾ ਇਨਕਲਾਬ ਹੈ। ਉਹ ਕਹਿੰਦੇ ਰੱਬ ਤਾਂ ਪਾਇਆ ਜਾ ਸਕਦਾ ਨਿਰਵਿਰਤੀ ਸਮਾਜ ਨੂੰ ਛੱਡ ਕੇ ਲੱਭਣ ਵਾਸਤੇ ਜਾਓ। ਤੇ ਗੁਰੂ ਪਾਤਸ਼ਾਹ ਨੇ ਕਿਹਾ ਨਿਰਵਿਰਤੀ ਨੂੰ ਛੱਡੋ, ਤੁਸੀਂ ਪ੍ਰਵਿਰਤੀ 'ਚ ਆਓ। ਹਰ ਪਹਿਲੜੀ ਲਾਭ ਪ੍ਰਵਿਰਤੀ, ਕਰਮ ਦਰੜਾਇਆ ਬਲਰਾਮ ਜੀਓ। ਤੁਸੀਂ ਪ੍ਰਵਿਰਤੀ ਦੇ ਵਿੱਚ ਆ ਗਏ ਤੇ ਫਿਰ ਦੂਜੀ ਲਾਮ, ਹਰ ਦੂਜੀ ਲਾਮ ਸਤਿਗੁਰ ਪੁਰਖ ਮਿਲਾਇਆ। ਦੂਜੇ ਆਸ਼ਰਮ ਦੇ ਵਿੱਚ ਪਤੀ ਪਤਨੀ ਦਾ ਮਿਲਾਪ ਹੋਣਾ ਸੀ ਨਾ, ਪਾਤਸ਼ਾਹ ਨੇ ਕਿ ਘਰ ਦੇ ਵਿੱਚ ਰਹਿ ਕੇ ਉਹਦੇ ਨਾਲ ਜੁੜਤੇ ਸਹੀ, ਸਤਿਗੁਰ ਪੁਰਖ ਮਿਲਾਏ ਦੀ ਗੱਲ ਕਰਤੀ। ਤੀਸਰੇ ਆਸ਼ਰਮ 'ਚ ਰੱਬ ਲੱਭਣਾ ਸੀ, ਪਾਤਸ਼ਾਹ ਨੇ ਕਿਹਾ ਤੂੰ ਤੇ ਲੱਭ ਵੀ ਲਿਆ। ਹਰ ਤੀਸਰੀ ਲਾਮ ਮਨ ਚਾਉ ਪਿਆ ਵੈਰਾਗੀਆ ਬਲਰਾਮ ਜੀਓ। ਚੌਥੇ ਆਸ਼ਰਮ ਦੇ ਵਿੱਚ ਸਮਾਧੀ ਲਾਉਣੀ ਸੀ ਤੇ ਪਾਤਸ਼ਾਹ ਨੇ ਕਿਹਾ ਹੁਣ ਤੇ ਤੂੰ ਆਨੰਦ ਦੇ ਵਿੱਚ। ਹਰ ਚੌਥੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀ। ਸੋ ਕਿੰਨਾ ਵੱਡਾ ਇਨਕਲਾਬ ਹੈ ਸੂਹੀ ਰਾਗ ਦੀਆਂ ਇਹਨਾਂ ਲਾਵਾਂ ਦੇ ਵਿੱਚ, ਔਰ ਕਿੰਨੀ ਵੱਡੀ ਚੱਲਦੀ ਉਸ ਪ੍ਰਥਾ ਨੂੰ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਖਤਮ ਕਰਕੇ ਰੱਖ ਦਿੱਤਾ। ਔਰ ਸਮਾਜ ਦੇ ਵਿੱਚ ਇਹ ਜਿੰਨੀਆਂ ਵੀ ਬੁਰਾਈਆਂ ਸੀ ਉਹਨਾਂ ਦਾ ਕਿਸ ਵਿਧ ਦੇ ਨਾਲ ਅੰਤ ਕੀਤਾ ਹੈ। ਪਰ ਅੰਤ ਤਾਂ ਹੋ ਸਕਦਾ ਹੈ ਜੇਕਰ ਸਾਡੀ ਝੋਲੀ ਦੇ ਵਿੱਚ, ਸਾਡੇ ਬੱਚਿਆਂ ਦੀ ਝੋਲੀ ਦੇ ਵਿੱਚ ਇਹਨਾਂ 3 ਭੱਬਿਆਂ ਦਾ ਦਾਜ ਹੋਵੇ, ਉਹਨਾਂ ਦੀ ਝੋਲੀ ਦੇ ਵਿੱਚ ਇਹ 3 ਭੱਬੇ ਪਏ ਹੋਣ, ਫਿਰ ਸਮਾਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਖਾਤਮਾ ਕੀਤਾ ਜਾ ਸਕਦਾ। ਆ ਦੁਨੀਆ ਦੇ ਵਿੱਚ ਜਿੰਨੇ ਵੀ ਤਲਾਕ ਹੁੰਦੇ ਨੇ ਨਾ, ਉਹਨਾਂ ਦੇ ਕਾਰਨ ਜਿਹੜੇ ਨੇ 5 ਨੇ। ਮੈਂ ਪਿੱਛੇ ਜੇ ਕਿਤਾਬ ਪੜ੍ਹ ਰਿਹਾ ਸੀ, ਉਹ 'ਚ 5 ਰੀਜ਼ਨਸ ਲਿਖਿਆ ਸੀਗਾ ਕਿ ਤਲਾਕ ਦੇ ਕਿਸੇ ਵੀ ਸਮਾਜ ਦੇ ਵਿੱਚ 5 ਕਾਰਨ ਨੇ। ਕੈਸ਼, ਦਾਜ, ਕ੍ਰੈਡਿਟ, ਭੈਣ ਜੀ ਨੇ ਗੱਲ ਕੀਤੀ ਹੈ, ਕ੍ਰੈਡਿਟ ਲੈਣਾ, ਪਤੀ ਪਤਨੀ ਦੋਵੇਂ ਨੌਕਰੀ ਕਰ ਰਹੇ ਨੇ, ਮੈਂ ਵੱਧ ਕਮਾ ਰਹੀ ਹਾਂ, ਤੂੰ ਘੱਟ ਕਮਾ ਰਿਹਾ। ਕੈਸ਼ ਤੋਂ ਬਾਅਦ ਕਰੈਕਟਰ, ਇਖਲਾਕ ਦੇ ਉੱਪਰ ਕੋਈ ਦੋਸ਼ ਲੱਗ ਜਾਣਾ। ਉਸ ਤੋਂ ਬਾਅਦ ਕ੍ਰੀਏਟਰ, ਰੱਬ ਦੀ ਹੋਂਦ। ਮੈਂ ਇਹ ਵੀ ਵੇਖਿਆ ਰੱਬ ਦੀ ਹੋਂਦ ਦੇ ਬਾਰੇ ਵਿਦੇਸ਼ਾਂ ਦੇ ਵਿੱਚ ਬਹੁਤ ਮਸਲੇ ਸਾਹਮਣੇ ਆ ਰਹੇ ਨੇ ਜੀ। ਪਤਨੀ ਜਿਹੜੀ ਹੈ ਉਹ ਕਿਸੇ ਡੇਰੇ ਨੂੰ ਮੰਗਦੀ ਹੈ, ਪਤੀ ਗੁਰਸਿੱਖ ਹੈ, ਪਤੀ ਕਿਸੇ ਬਾਬੇ ਦਾ ਉਪਾਸ਼ਕ ਹੈ, ਪਤਨੀ ਗੁਰਸਿੱਖ ਹੈ, ਰਿਸ਼ਤੇ ਟੁੱਟਦੇ ਜਾ ਰਹੇ ਨੇ। ਤੇ ਅਗਲੀ ਗੱਲ ਕ੍ਰੀਏਸ਼ਨ, ਬੱਚਾ ਪੈਦਾ ਨਾ ਹੋਣਾ। ਇਹ 5 ਕਾਰਨ ਨੇ ਜਿਨ੍ਹਾਂ ਤੋਂ ਰਿਸ਼ਤੇ ਟੁੱਟਦੇ ਜਾ ਰਹੇ ਨੇ। ਪਰ ਗੁਰਮਤਿ ਦੇ ਵਿੱਚ ਤਾਂ ਇਹ ਤੁਹਾਡੇ ਕੋਲ ਜਿਹੜਾ 5C ਵਾਲਾ ਹੈ ਇਹ ਗੱਲ ਹੀ ਨਹੀਂ ਹੈਗੀ। ਦਹੇਜ ਦਾ ਖੰਡਨ ਹੈ। ਗੁਰਦੇਵ ਪਾਤਸ਼ਾਹ ਨੇ ਦੱਸਿਆ ਕਿ ਦਹੇਜ ਕਿਹੜਾ ਦੇਣਾ ਹੈ। ਪਰਮਾਤਮਾ ਇੱਕ ਦੀ ਗੱਲ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸ਼ੁਰੂ ਹੋ ਜਾਂਦੀ ਹੈ ਕਿ ਦੁਨੀਆ ਦੇ ਪਹਿਲੇ ਐਸੇ ਧਾਰਮਿਕ ਗ੍ਰੰਥ ਨੇ ਜਿਨ੍ਹਾਂ ਦਾ ਆਰੰਭ ਹੀ 1 ਤੋਂ ਹੁੰਦਾ, ਉਹ ਵੀ ਅੰਕ ਗਣਿਤ ਦੇ 1 ਤੋਂ। ਗੁਰੂ ਸਾਹਿਬ ਨੇ ਈੜੀ ਸਿਹਾਰੀ 1 ਨਹੀਂ ਲਿਖਿਆ, ਅੰਕ ਗਣਿਤ ਦਾ 1 ਲਿਖਿਆ ਕਿ ਇਹਨੂੰ 2 ਹਿੱਸਿਆਂ 'ਚ ਵੰਡਿਆ ਹੀ ਨਾ ਜਾ ਸਕੇ। ਕ੍ਰੀਏਸ਼ਨ, ਅਸੀਂ ਇੱਕ ਰੱਬ ਨੂੰ ਮੰਨਦੇ ਹਾਂ ਤੇ ਉਸ ਰੱਬ ਦੀ ਰਜ਼ਾ ਦੇ ਵਿੱਚ ਜੋ ਪਰਮਾਤਮਾ ਦਾ ਹੁਕਮ ਹੈ ਉਹਨੂੰ ਭਾਣਾ ਮੰਨ ਕੇ ਸਹਿਣਾ। ਜਿਹੜੀ ਕ੍ਰੈਡਿਟ ਦੀ ਗੱਲ ਹੈ ਤੇ ਗੁਰਦੇਵ ਪਾਤਸ਼ਾਹ ਨੇ ਬੜਾ ਸਪਸ਼ਟ ਕਹਿ ਦਿੱਤਾ ਹੈ ਕਿ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ ਸੋਏ।
ਸੋ ਸਾਡੇ ਸਿੱਖ ਸਮਾਜ ਦੇ ਵਿੱਚ ਇਹ ਜਿਹੜੀਆਂ 5 ਕਾਰਨ ਨੇ, ਇਹਨਾਂ ਦਾ ਨਿਸ਼ੇਧ ਹੋਣ ਕਰਕੇ ਤਾਂ ਦੁਨੀਆ ਦੇ ਧਰਮਾਂ ਦੇ ਵਿੱਚ ਇੱਕ ਸਾਡੀ ਰਹਿਤ ਮਰਿਆਦਾ ਜਿਹਦੀ ਤਲਾਕ ਸ਼ਬਦ ਹੀ ਨਹੀਂ ਹੈਗਾ। ਸਿੱਖ ਰਹਿਤ ਮਰਿਆਦਾ 'ਚ ਤਲਾਕ ਸ਼ਬਦ ਨਹੀਂ ਹੈ। ਇਹੀ ਕਾਰਨ ਹੈ ਸਭ ਤੋਂ ਵੱਡਾ ਕਿ ਜਿਹੜੇ ਤਲਾਕ ਦੇ ਕਾਰਨ ਨੇ ਉਹਨਾਂ ਨੂੰ ਗੁਰਮਤਿ ਵਿਚਾਰਧਾਰਾ ਨੇ ਪੂਰੀ ਤਰ੍ਹਾਂ ਦੇ ਨਾਲ ਖੰਡਨ ਕੀਤਾ ਹੋਇਆ।